ਨਹੀਂ, ਕੱਲੀ ਇੱਕ ਗੁਰੂ ਘਰ ਦੇ ਨਾਲ ਸੰਬੰਧਿਤ ਗੱਲਬਾਤ ਨਹੀਂ ਆ। ਇੱਥੇ ਗੱਲ ਸਿਧਾਂਤਾਂ ਦੀ ਆ ਚੁੱਕੀ ਹੋਈ ਆ, ਕਿਉਂਕਿ ਤੁਸੀਂ ਦੇਖੋ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਆ ਕਿ ਭਗਵੰਤ ਮਾਨ ਉਹ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜੇ ਦਖਲਅੰਦਾਜ਼ੀ ਆ ਉਹ ਕਰ ਰਿਹਾ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਆ ਉਹ ਸਭ ਤੋਂ ਵੱਧ ਬਾਦਲ ਪਰਿਵਾਰ ਵੱਲੋਂ ਅਤੇ ਬਾਦਲ ਦਲ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇੱਕ ਪਾਸੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਾਂ ਕਿ ਇਹਨਾਂ ਗੁਰੂ ਘਰਾਂ ਦੇ ਵਿੱਚ ਰਹਿਤ ਮਰਿਆਦਾ ਅਨੁਸਾਰ ਕਾਰਜ ਨਹੀਂ ਹੋ ਰਹੇ, ਮੂਰਤੀ ਪੂਜਾ ਹੋ ਰਹੀ ਆ, ਮੜੀਆਂ ਮਸਾਣਾਂ ਨੂੰ ਜਿਹੜਾ ਆ ਉਹ ਪੂਜਿਆ ਜਾ ਰਿਹਾ, ਦੇਹਧਾਰੀ ਗੁਰੂ ਡੰਮ ਨੂੰ ਬੜਾਵਾ ਜਿਹੜਾ ਆ ਉਹ ਦਿੱਤਾ ਜਾ ਰਿਹਾ, ਹਵਨ ਜੱਗ ਕੀਤੇ ਜਾ ਰਹੇ ਆ। ਪਰ ਉਹਨਾਂ ਗੁਰੂ ਘਰਾਂ ਦੇ ਵਿੱਚ ਬਾਦਲ ਦਲ ਦੇ ਕਰਿੰਦੇ ਸਥਾਪਿਤ ਹੋਣ ਕਰਕੇ ਉੱਥੇ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਲੱਗਦਾ ਕਿ ਤੁਹਾਨੂੰ ਲੱਗਦਾ ਜਾਂ ਇੱਥੇ ਪ੍ਰਬੰਧਕਾਂ ਨੂੰ ਲੱਗਦਾ ਕਿ ਐਸਜੀਪੀਸੀ ਇੱਥੇ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਮਾਮਲਾ ਲੈ ਕੇ ਜਾਣਾ ਚਾਹੀਦਾ ਤੁਹਾਨੂੰ। ਪਰ ਦੂਜੀ ਜਿਹੜੀ ਹੁਣ ਉੱਥੇ ਸੇਵਾਦਾਰ ਜਿਹੜੀ ਧਿਰ ਸੇਵਾ ਨਿਭਾ ਰਹੀ ਉਹਦੀ ਗੱਲ ਤਾਂ ਸੁਣੀ ਜਾਵੇ। ਬਿਨਾਂ ਗੱਲ ਸੁਣੇ ਤੁਸੀਂ ਦੂਜੀ ਧਿਰ ਦੀ ਹਮਾਇਤ ਵਿੱਚ ਜਿਹੜਾ ਫੈਸਲਾ ਦੇ ਦੇਣਾ ਉਹ ਉਸ ਗੱਲ ਨੂੰ ਵੀ ਤਾਂ ਠੀਕ ਨਹੀਂ ਸਮਝਿਆ ਜਾ ਸਕਦਾ। ਜਿਹੜੇ ਐਸਜੀਪੀਸੀ ਦੇ ਮੈਂਬਰ ਚੁਣੇ ਗਏ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਿਰ ਤੇ ਉਹ ਤਾਂ ਸਿੱਖਾਂ ਨੇ ਵੋਟਾਂ ਪਾ ਕੇ ਚੁਣੇ ਆ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੱਕ ਜਿਹੜੀਆਂ ਆ ਉਹ ਨਹੀਂ ਕੀਤੀਆਂ ਜਾ ਰਹੀਆਂ। ਹਰ ਵਾਰ ਬਾਦਲ ਦਲ ਵੱਲੋਂ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਆ ਉਹ ਕੀਤੀ ਜਾਂਦੀ। ਪਤਿਤ ਲੋਕਾਂ ਦੀ ਸ਼ਰਾਬੀ ਵੋਟਾਂ ਦੀਆਂ ਬਾਦਲ ਦਲ ਵਾਲੇ ਕਹਿੰਦੇ ਅਸੀਂ ਥੋੜ੍ਹਾ ਚੋਣਾਂ ਕਰਾਉਣੀਆਂ ਤਾਂ ਕੇਂਦਰ ਸਰਕਾਰ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਬਾਦਲਾਂ ਨੂੰ ਜਿਹੜਾ ਖੁਸ਼ ਆ ਉਹ ਕਰਨਾ ਚਾਹੁੰਦੇ ਆ। ਜੇਕਰ ਬਾਦਲ ਕੇ ਦਿਨ ਨੂੰ ਕਹਿਣ ਰਾਤ ਆ ਤੇ ਸ਼੍ਰੋਮਣੀ ਕਮੇਟੀ ਰਾਤ ਕਹਿਣ ਨੂੰ ਤਿਆਰ ਆ। ਜੇਕਰ ਬਾਦਲ ਕੇ ਰਾਤ ਨੂੰ ਦਿਨ ਕਹਿਣ ਤਾਂ ਉਹ ਦਿਨ ਕਹਿਣ ਨੂੰ ਤਿਆਰ ਆ। ਜੇਕਰ ਬਾਦਲ ਕੇ ਕਹਿ ਦੇਣ ਕਿ ਸਿਰਸੇ ਵਾਲਾ ਉਹਨਾਂ ਦਾ ਭਾਪਾ ਆ ਤੇ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨੂੰ ਸਿਰਸੇ ਵਾਲੇ ਨੂੰ ਬਲਾਤਕਾਰੀ ਕਾਤਲ ਨੂੰ ਆਪਣਾ ਪਿਓ ਬਣਾਉਣ ਨੂੰ ਵੀ ਜਿਹੜਾ ਆ ਤਿਆਰ ਆ। ਬਾਦਲ ਕਿਆਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਇੱਕ ਇਹੋ ਜਿਹਾ ਵੀ ਸਮਾਂ ਬਣ ਗਿਆ ਸੀ ਕੌਮ ਦੇ ਉੱਤੇ ਕਿ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਨੂੰ ਜਿਹੜਾ ਆ ਉਹ ਤਿਆਰ ਨਹੀਂ ਸੀ। ਜਲੰਧਰ ਦੇ ਵਿੱਚ ਅੱਜ ਇੱਕ ਪ੍ਰੈਸ ਵਾਰਤਾ ਹੋਈ ਹੈ ਤੇ ਇਸ ਪ੍ਰੈਸ ਵਾਰਤਾ ਦੇ ਵਿੱਚ ਜਲੰਧਰ ਦੇ ਇੱਕ ਲੋਕਲ ਗੁਰਦੁਆਰਾ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਉਹ ਵੀ ਇਸ ਪ੍ਰੈਸ ਵਾਰਤਾ ਦੇ ਵਿੱਚ ਮੌਜੂਦ ਸਨ। ਭਾਈ ਸਾਹਿਬ ਸਾਡੇ ਨਾਲ ਨੇ, ਇਹਨਾਂ ਦਾ ਗੱਲਬਾਤ ਕਰਾਂਗੇ ਤੇ ਪੂਰਾ ਮਾਮਲਾ ਜਾਣਾਂਗੇ ਕਿ ਮਾਮਲਾ ਕੀ ਹੈਗਾ। ਭਾਈ ਸਾਹਿਬ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਇਹ ਪੂਰਾ ਮਾਮਲਾ ਸੀਗਾ ਜਿਹੜੇ ਕਿ ਤੁਹਾਨੂੰ ਪ੍ਰੈਸ ਵਾਰਤਾ ਇੱਥੇ ਕਰਨੀ ਪਈ? ਕੀ ਐਸਜੀਪੀਸੀ ਨਾਲ ਇਸ ਗੁਰੂ ਘਰ ਦਾ ਰੌਲਾ ਹੈਗਾ? ਨਹੀਂ, ਕੱਲੀ ਇੱਕ ਗੁਰੂ ਘਰ ਦੇ ਨਾਲ ਸੰਬੰਧਿਤ ਗੱਲਬਾਤ ਨਹੀਂ ਆ। ਇੱਥੇ ਗੱਲ ਸਿਧਾਂਤਾਂ ਦੀ ਆ ਚੁੱਕੀ ਹੋਈ ਆ, ਕਿਉਂਕਿ ਤੁਸੀਂ ਦੇਖੋ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਆ ਕਿ ਭਗਵੰਤ ਮਾਨ ਉਹ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜੇ ਦਖਲਅੰਦਾਜ਼ੀ ਆ ਉਹ ਕਰ ਰਿਹਾ ਆ, ਗੁਰੂ ਘਰਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਆ ਉਹ ਸਭ ਤੋਂ ਵੱਧ ਬਾਦਲ ਪਰਿਵਾਰ ਵੱਲੋਂ ਅਤੇ ਬਾਦਲ ਦਲ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇੱਕ ਪਾਸੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਾਂ ਕਿ ਇਹਨਾਂ ਗੁਰੂ ਘਰਾਂ ਦੇ ਵਿੱਚ ਰਹਿਤ ਮਰਿਆਦਾ ਅਨੁਸਾਰ ਕਾਰਜ ਨਹੀਂ ਹੋ ਰਹੇ, ਮੂਰਤੀ ਪੂਜਾ ਹੋ ਰਹੀ ਆ, ਮੜੀਆਂ ਮਸਾਣਾਂ ਨੂੰ ਜਿਹੜਾ ਆ ਉਹ ਪੂਜਿਆ ਜਾ ਰਿਹਾ, ਦੇਹਧਾਰੀ ਗੁਰੂ ਡੰਮ ਨੂੰ ਬੜਾਵਾ ਜਿਹੜਾ ਆ ਉਹ ਦਿੱਤਾ ਜਾ ਰਿਹਾ, ਹਵਨ ਜੱਗ ਕੀਤੇ ਜਾ ਰਹੇ ਆ। ਪਰ ਉਹਨਾਂ ਗੁਰੂ ਘਰਾਂ ਦੇ ਵਿੱਚ ਬਾਦਲ ਦਲ ਦੇ ਕਰਿੰਦੇ ਸਥਾਪਿਤ ਹੋਣ ਕਰਕੇ ਉੱਥੇ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਪਰ ਜਿਨ੍ਹਾਂ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਸੇਵਾਦਾਰਾਂ ਦੇ ਕੋਲੋਂ ਹੁੰਦਾ ਆ ਜਾਂ ਪੰਥਕ ਧਿਰਾਂ ਦੇ ਕੋਲ ਹੁੰਦਾ, ਸ਼੍ਰੋਮਣੀ ਕਮੇਟੀ ਵੱਲੋਂ ਜਾਂ ਬਾਦਲ ਦਲ ਵੱਲੋਂ ਉੱਥੇ ਜਾ ਕੇ ਬੇਲੋੜੀ ਦਖਲਅੰਦਾਜ਼ੀ ਜਿਹੜੀ ਆ ਉਹ ਕੀਤੀ ਜਾਂਦੀ ਆ। ਤਾਂ ਕਿਤੇ ਨਾ ਕਿਤੇ ਇਹ ਸਿੱਖੀ ਸਿਧਾਂਤਾਂ ਨੂੰ ਜਿਹੜੀ ਇਹਨਾਂ ਦੇ ਵੱਲੋਂ ਜਿਹੜੀ ਢਾਹ ਆ ਉਹ ਲਾਈ ਜਾ ਰਹੀ ਆ। ਹੁਣ ਜਲੰਧਰ ਦੇ ਗੁਰਦੁਆਰਾ ਏਕਤਾ ਵਿਹਾਰ ਜੋ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਆ, ਸੋ ਹੁਣ ਉੱਥੋਂ ਦਾ ਮਾਮਲਾ ਆਇਆ ਆ ਤੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਇਹਨਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਆ
ਕਿ ਜੋ ਬਾਦਲ ਦਲ ਦੇ ਵੱਲੋਂ ਇੱਥੇ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਜਾਂ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਜਿਹੜਾ ਵੀ ਸਿੰਘ ਉੱਥੇ ਸੇਵਾ ਕਰ ਰਿਹਾ ਆ ਜਾਂ ਉਹ ਜੋ ਵੀ ਉਹਨਾਂ ਦਾ ਪ੍ਰਬੰਧਕ ਢਾਂਚਾ ਬਣਿਆ ਹੋਇਆ ਜਾਂ ਸਿਧਾਂਤ ਬਣੇ ਹੋਏ ਆ, ਸੋ ਉਹਨਾਂ ਦੀ ਵੀ ਜਿਹੜੀ ਗੱਲਬਾਤ ਆ ਉਹ ਸੁਣੀ ਜਾਵੇ ਤਾਂ ਉਹਦੇ ਅਨੁਸਾਰ ਜਿਹੜਾ ਚੱਲਿਆ ਜਾਵੇ। ਜੇਕਰ ਇਸ ਗੁਰੂ ਘਰ ਵਿੱਚ ਕੋਈ ਪ੍ਰਬੰਧਕਾਂ ਦੇ ਵੱਲੋਂ ਮਨਮਤ ਕੀਤੀ ਜਾ ਰਹੀ ਹੈ ਜਾਂ ਸਿੱਖੀ ਸਿਧਾਂਤਾਂ ਦੇ ਵਿਰੁੱਧ ਜੇ ਕੋਈ ਕਾਰਜ ਹੋ ਰਹੇ ਆ ਤੇ ਉਹ ਦੱਸਿਆ ਜਾਵੇ, ਸੰਗਤ ਨੂੰ ਵੀ ਦੱਸਿਆ ਜਾਵੇ ਅਤੇ ਪ੍ਰਬੰਧਕਾਂ ਨੂੰ ਵੀ ਜਿਹੜਾ ਆ ਉਹ ਤਲਬ ਕੀਤਾ ਜਾਵੇ। ਪਰ ਬਿਨਾਂ ਕੋਈ ਗੱਲ ਸੁਣਿਆ ਬਾਦਲ ਦਲ ਉੱਥੇ ਆਪਣੀ ਧਿਰ ਨੂੰ ਸਥਾਪਿਤ ਕਰਨਾ ਚਾਹੇ ਦੂਸਰੇ ਪੰਥਕ ਸੇਵਾਦਾਰਾਂ ਨੂੰ ਕੱਢ ਕੇ, ਇਹ ਗੱਲ ਤਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜੀ ਲੱਗਦਾ ਕਿ ਤੁਹਾਨੂੰ ਲੱਗਦਾ ਜਾਂ ਇੱਥੇ ਪ੍ਰਬੰਧਕਾਂ ਨੂੰ ਲੱਗਦਾ ਕਿ ਐਸਜੀਪੀਸੀ ਇੱਥੇ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਮਾਮਲਾ ਲੈ ਕੇ ਜਾਣਾ ਚਾਹੀਦਾ ਤੁਹਾਨੂੰ? ਦੇਖੋ, ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਆ। ਇੱਕ ਵਾਰ ਪ੍ਰਬੰਧਕਾਂ ਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਵੀ ਗਿਆ ਆ, ਲੇਕਿਨ ਸਮਾਂ ਨਾ ਹੋਣ ਕਰਕੇ ਉਹਨਾਂ ਦੇ ਕੋਲੋਂ ਪੂਰੀ ਗੱਲਬਾਤ ਜਿਹੜੀ ਆ ਉਹ ਨਹੀਂ ਹੋ ਸਕੀ। ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉੱਥੋਂ ਦੇ ਸੇਵਾਦਾਰ ਆ ਉਹ ਦੋਨਾਂ ਧਿਰਾਂ ਦੀ ਜਿਹੜੀ ਗੱਲਬਾਤ ਆ ਉਹ ਸੁਣਨ ਅਤੇ ਸਿੱਖੀ ਮਰਿਆਦਾ ਸਿਧਾਂਤਾਂ ਅਨੁਸਾਰ ਜੋ ਫੈਸਲਾ ਬਣਦਾ ਆ ਉਹ ਫੈਸਲਾ ਜਿਹੜਾ ਆ ਉਹ ਕਰਨ। ਪਰ ਦੂਜੀ ਜਿਹੜੀ ਹੁਣ ਉੱਥੇ ਸੇਵਾਦਾਰ ਜਿਹੜੀ ਧਿਰ ਸੇਵਾ ਨਿਭਾ ਰਹੀ ਉਹਦੀ ਗੱਲ ਤਾਂ ਸੁਣੀ ਜਾਵੇ। ਬਿਨਾਂ ਗੱਲ ਸੁਣੇ ਤੁਸੀਂ ਦੂਜੀ ਧਿਰ ਦੀ ਹਮਾਇਤ ਵਿੱਚ ਜਿਹੜਾ ਫੈਸਲਾ ਦੇ ਦੇਣਾ ਉਹ ਉਸ ਗੱਲ ਨੂੰ ਵੀ ਤਾਂ ਠੀਕ ਨਹੀਂ ਸਮਝਿਆ ਜਾ ਸਕਦਾ। ਬਾਬਾ ਜੀ ਹੁਣ ਤੁਸੀਂ ਚਾਹੁੰਦੇ ਕੀ ਹੋਣਾ ਚਾਹੀਦਾ ਇਸ ਮਾਮਲੇ ਤੇ? ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੋਨਾਂ ਧਿਰਾਂ ਦੀ ਜਿਹੜੀ ਗੱਲਬਾਤ ਆ ਉਹ ਸੁਣੇ ਤੇ ਜਿਹੜੀ ਵੀ ਧਿਰ ਸਿੱਖ ਰਹਿਤ ਮਰਿਆਦਾ ਦੇ ਉੱਤੇ ਪਹਿਰਾ ਨਹੀਂ ਦਿੰਦੀ ਜਾਂ ਜਿਹੜੀ ਧਿਰ ਜਿਹੜੀ ਆ ਉਹ ਪਹਿਰਾ ਦੇ ਰਹੀ ਹੈ ਜੋ ਸਿੱਖੀ ਸਿਧਾਂਤਾਂ ਅਨੁਸਾਰ ਚਾਹੀਦਾ ਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਜਿਹੜਾ ਕਾਰਜ ਹੋਣੇ ਚਾਹੀਦੇ, ਜਿਹੜੀ ਧਿਰ ਪਹਿਰਾ ਦੇ ਰਹੀ ਹੈ ਉਹਨੂੰ ਜਿਹੜੀ ਸੇਵਾ ਸੰਭਾਲ ਆ ਉਹ ਦੇਣੀ ਚਾਹੀਦੀ ਹੈ। ਹੁਣ ਵੀ ਉਸੇ ਧਿਰ ਦੇ ਕੋਲ ਆ, ਪਰ ਜਿਹੜੇ ਲੋਕ ਸਿੱਖ ਰਹਿਤ ਮਰਿਆਦਾ ਤੋਂ ਆਕੀ ਆ ਜਾਂ ਸਿੱਖ ਰਹਿਤ ਮਰਿਆਦਾ ਤੋਂ ਕੋਰੇ ਆ, ਉਹ ਬਾਦਲ ਦਲ ਨਾਲ ਸੰਬੰਧਿਤ ਉਹ ਗੁਰੂ ਘਰ ਦੇ ਵਿੱਚ ਆਪਣਾ ਜਿਹੜਾ ਕਬਜ਼ਾ ਆ ਉਹ ਕਰਨਾ। ਤੁਹਾਡੇ ਸ਼ਬਦਾਂ 'ਚ ਵਾਰ-ਵਾਰ ਬਾਦਲ ਦਲ ਕਾਹਤੋਂ ਆ ਰਿਹਾ? ਬਾਦਲ ਦਲ ਇਸ ਕਰਕੇ ਆ ਰਿਹਾ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਇਹ ਸਾਡੀਆਂ ਮਾਨਮੱਤੀ ਸੰਸਥਾਵਾਂ ਸਨ। ਬੜੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਹੋਂਦ ਦੇ ਵਿੱਚ ਆਈਆਂ ਸਨ। ਲੇਕਿਨ ਹੁਣ ਜਿਹੜੇ ਅਕਾਲੀ ਆ ਉਹ ਪੰਥ ਵਸਿਆ ਮੈਂ ਉਜੜਾ ਸਿਧਾਂਤ ਦੇ ਧਾਰਨੀ ਨਹੀਂ ਰਹੇ। ਇਹ ਕਹਿੰਦੇ ਆ ਕਿ ਪੰਥ ਭਾਵੇਂ ਢੱਠੇ ਖੂਹ ਦੇ ਵਿੱਚ ਪਵੇ, ਸਾਡੀ ਜਿਹੜੀ ਸਿਆਸਤ ਆ ਉਹ ਚਮਕਣੀ ਚਾਹੀਦੀ ਆ। ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਆ ਕਿ ਅਕਾਲੀ ਦਲ ਨੇ ਸਾਡੀਆਂ ਸੰਸਥਾਵਾਂ ਨੂੰ ਇਹਨਾਂ ਦੀ ਗੰਧਲੀ ਸਿਆਸਤ ਨੇ ਕਿਵੇਂ ਤਹਿਸ ਨਹਿਸ ਅਤੇ ਉਹਨਾਂ ਦਾ ਜਿਹੜਾ ਵਕਾਰ ਆ ਉਹ ਰੋਲ ਕੇ ਰੱਖ ਦਿੱਤਾ ਹੋਇਆ ਆ। ਤੇ ਜੋ ਬਾਦਲ ਦਲ ਨੇ ਬਰਗਾੜੀ ਦੇ ਵਿੱਚ ਕਾਂਡ ਕੀਤਾ, ਕੋਟਕਪੂਰਾ ਦੇ ਵਿੱਚ ਕੀਤਾ, ਬਹਿਬਲ ਕਲਾਂ ਦੇ ਵਿੱਚ ਜੋ ਇਹਨਾਂ ਨੇ ਕੀਤਾ, ਜਾਂ ਸਿੱਖਾਂ ਦੇ ਕਾਤਲ ਬੁੱਚੜ ਸਮੇਤ ਸੈਣੀ ਇਜ਼ਹਾਰ ਆਲਮ ਵਰਗਿਆਂ ਨੂੰ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਜਿਹੜੇ ਅਹੁਦੇ ਆ ਉਹ ਦਿੱਤੇ, ਜਾਂ ਸਿਰਸੇ ਵਾਲੇ ਨੂੰ ਜਿਹੜੀ ਮਾਫੀ ਆ ਉਹ ਦੇ ਦੇਣੀ, ਉਸ ਮਾਫੀ ਨੂੰ ਸਹੀ ਠਹਿਰਾਉਣ ਵਾਸਤੇ ਅਖਬਾਰਾਂ ਦੇ ਵਿੱਚ 95 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਆ ਉਹ ਦੇਣੇ, ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਜਥੇਦਾਰ ਆ ਉਹ ਕੌਮ ਉੱਤੇ ਥੋਪ ਦੇਣੇ, ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਆ ਉਹ ਲਾ ਦੇਣੇ। ਸੋ ਇਹ ਬਾਦਲ ਦਲ ਵੱਲੋਂ ਸਾਡੇ ਸਿਧਾਂਤਾਂ ਦਾ ਜਿਹੜਾ ਘਾਣ ਆ ਉਹ ਕੀਤਾ ਜਾ ਰਿਹਾ ਲਗਾਤਾਰ। ਸੋ ਇਹ ਜਿਹੜਾ ਬਾਦਲ ਦਲ ਆ ਇਹ ਜਿਹਨੂੰ ਪਹਿਲਾਂ ਕਦੇ ਸ਼੍ਰੋਮਣੀ ਅਕਾਲੀ ਦਲ ਕਿਹਾ ਜਾਂਦਾ ਸੀ, ਫਿਰ ਇਹ 1996 ਦੇ ਵਿੱਚ ਪੰਜਾਬੀ ਦਲ ਬਣਿਆ ਜਦੋਂ ਮੋਗੇ ਵਿੱਚ ਇਹਨਾਂ ਨੇ ਕਾਨਫਰੰਸ ਕੀਤੀ। ਪੰਜਾਬੀ ਦਲ ਤੋਂ ਇਹ ਬਾਅਦ ਵਿੱਚ ਬਾਦਲ ਦਲ ਬਣ ਗਿਆ, ਬਾਦਲ ਦਲ ਤੋਂ 2015 ਵਿੱਚ ਬੇਅਦਬੀ ਦਲ ਬਣ ਗਿਆ, ਤੇ ਹੁਣ ਜਿਵੇਂ ਇਹਨਾਂ ਨੇ ਬਾਦਲ ਦਲ ਦੇ ਵਿੱਚ ਭਈਆਂ ਦੀ ਭਰਤੀ ਕੀਤੀ ਹੋਈ ਹੈ ਤੇ ਇਹ ਇੱਕ ਭਈਆ ਦਲ ਤੇ ਸ਼ਰਾਬੀ ਦਲ ਵੀ ਬਣਦਾ ਜਾ ਰਿਹਾ। ਪਿੱਛੇ ਜੇ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਦੀ ਵੀਡੀਓ ਫੋਟੋ ਵੀ ਸਾਹਮਣੇ ਆਈ ਜਿਹਦੇ ਵਿੱਚ ਉਹ ਆਪਣੇ ਮੁੰਡੇ ਦੇ ਵਿਆਹ ਦੇ ਉੱਤੇ ਜਿਹੜੀ ਆ ਉਹ ਸ਼ਰਾਬ ਆ ਉਹ ਵਰਤਾ ਰਿਹਾ ਹੈ। ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਤੋਂ ਸਾਡੇ ਗੁਰੂ ਧਾਮਾਂ ਦਾ ਜਿਹੜਾ ਪ੍ਰਬੰਧ ਆ, ਜੋ ਗੁਰੂ ਘਰਾਂ ਦਾ ਜਿਹੜਾ ਵੱਡਾ ਕਹਾਣ ਆ ਉਹ ਕਰ ਰਿਹਾ ਰਹਿਤ ਮਰਿਆਦਾ ਦਾ। ਗੱਲ ਇੱਥੇ ਸਵਾਲ ਇਹ ਖੜਾ ਹੋ ਜਾਂਦਾ ਕਿ ਜਿਹੜੇ ਐਸਜੀਪੀਸੀ ਦੇ ਮੈਂਬਰ ਚੁਣੇ ਗਏ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ, ਉਹ ਤਾਂ ਸਿੱਖਾਂ ਨੇ ਵੋਟਾਂ ਪਾ ਕੇ ਚੁਣੇ ਆ। ਦੇਖੋ, ਲੰਬੇ ਸਮੇਂ ਤੋਂ ਜਿਹੜਾ ਖਾਲਸਾ ਪੰਥ ਆ ਉਹ ਮੰਗ ਕਰਦਾ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇ। 2011 ਵਿੱਚ ਚੋਣ ਹੋਈ ਆ, 2016 ਦੇ ਵਿੱਚ ਜਿਹੜੀ ਚੋਣ ਆ ਉਹ ਹੋਣੀ ਚਾਹੀਦੀ ਹੈ, ਲੇਕਿਨ 2016 ਤੋਂ ਹੁਣ 2023 ਆ ਗਿਆ। ਇੰਨਾ ਲੰਬਾ ਸਮਾਂ ਜਿਹੜਾ 12-13 ਸਾਲ ਦਾ ਸਮਾਂ ਬੀਤ ਗਿਆ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੱਕ ਜਿਹੜੀਆਂ ਆ ਉਹ ਨਹੀਂ ਕੀਤੀਆਂ ਜਾ ਰਹੀਆਂ। ਹਰ ਵਾਰ ਬਾਦਲ ਦਲ ਵੱਲੋਂ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਆ ਉਹ ਕੀਤੀ ਜਾਂਦੀ, ਪਤਿਤ ਲੋਕਾਂ ਦੀ ਸ਼ਰਾਬੀ ਵੋਟਾਂ ਦੀਆਂ। ਬਾਦਲ ਦਲ ਵਾਲੇ ਕਹਿੰਦੇ ਅਸੀਂ ਥੋੜ੍ਹਾ ਚੋਣਾਂ ਕਰਾਉਣੀਆਂ ਤਾਂ ਕੇਂਦਰ ਸਰਕਾਰ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਜੇਕਰ ਸ਼੍ਰੋਮਣੀ ਕਮੇਟੀ ਦੇ ਪਹਿਲਾਂ ਰਹੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਟੌਹੜਾ
ਜੇਕਰ ਉਹ ਮੰਗ ਕਰ ਸਕਦੇ ਆ ਕਿ ਸ਼੍ਰੋਮਣੀ ਕਮੇਟੀ ਦਾ 5 ਸਾਲਾਂ ਦਾ ਜਿਹੜਾ ਕਾਰਜਕਾਲ ਹੈ ਉਹ ਪੂਰਾ ਹੋ ਚੁੱਕਾ ਆ, ਤੇ ਜੇਕਰ ਉਹ ਗੁਰਚਰਨ ਸਿੰਘ ਟੌਹੜਾ ਨੇ ਇੱਕ ਵਾਰੀ ਮੰਗ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ, ਫਿਰ ਉਸ ਤੋਂ ਬਾਅਦ ਕਿਰਪਾਲ ਸਿੰਘ ਬੰਡੂਗਰ ਨੇ ਮੰਗ ਕਿਉਂ ਨਹੀਂ ਕੀਤੀ, ਗੋਬਿੰਦ ਸਿੰਘ ਲੌਂਗੋਵਾਲ ਨੇ ਨਹੀਂ ਕੀਤੀ, ਬੀਬੀ ਜਗੀਰ ਕੌਰ ਨੇ ਨਹੀਂ ਕੀਤੀ, ਤੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਕਹਿਣ ਨੂੰ ਹੀ ਨਹੀਂ ਤਿਆਰ ਕਿ ਉਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਆ ਉਹ ਕਰਵਾਈ ਜਾਵੇ। ਸੋ ਸ਼੍ਰੋਮਣੀ ਕਮੇਟੀ ਦੀ ਚੋਣ ਭਾਜਪਾ ਸਰਕਾਰ ਜਾਂ ਇਹ ਕਹਿ ਰਹੀ ਹੈ ਦਿੱਲੀ ਦਰਬਾਰ ਕੇਂਦਰ ਸਰਕਾਰ ਉਦੋਂ ਕਰਵਾਉਂਦਾ ਆ ਜਦੋਂ ਉਹਨਾਂ ਨੂੰ ਲੱਗਦਾ ਆ ਕਿ ਬਾਦਲ ਦਲ ਜਿੱਤਣ ਦੀ ਸਥਿਤੀ ਦੇ ਵਿੱਚ ਹੋਵੇ। 2015 ਦੇ ਵਿੱਚ ਇਹਨਾਂ ਨੇ ਬੇਅਦਬੀਆਂ ਕਰਾਈਆਂ, ਜੇਕਰ 2016 ਦੇ ਵਿੱਚ ਚੋਣ ਆ ਜਾਂਦੀ ਤਾਂ ਅਵਸ਼ ਬਾਦਲ ਕਿਆਂ ਨੇ ਹਾਰਨਾ ਸੀ। ਉਸ ਸਮੇਂ ਸਰਬੱਤ ਖਾਲਸਾ ਹੋਇਆ, ਪੂਰੀ ਲਹਿਰ ਬਾਦਲ ਕਿਆਂ ਦੇ ਵਿਰੋਧ ਦੇ ਵਿੱਚ ਸੀ, ਲੇਕਿਨ ਇਹਨਾਂ ਨੂੰ ਲੱਗਦਾ ਕਿ ਚੋਣਾਂ ਵੀ ਉਦੋਂ ਹੀ ਕਰਵਾਈਆਂ ਜਾਣਗੀਆਂ ਜਦੋਂ ਲੱਗਦਾ ਹੋਊਗਾ ਕਿ ਬਾਦਲ ਦਲ ਜਿੱਤਣ ਦੀ ਸਥਿਤੀ ਦੇ ਵਿੱਚ ਹੋਵੇ। ਹੁਣ ਜੋ ਕੁਝ ਬਾਦਲ ਕਿਆਂ ਦੇ ਹਾਲਾਤ ਬਣ ਚੁੱਕੇ ਆ, ਲੋਕ ਸਭਾ ਚੋਣਾਂ ਉਹਨਾਂ ਨੇ ਹਾਰੀਆਂ, ਵਿਧਾਨ ਸਭਾ ਚੋਣਾਂ ਉਹਨਾਂ ਨੇ ਹਾਰੀਆਂ, ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਉਹ ਜ਼ਰੂਰ ਹਾਰਨਗੇ ਕਿਉਂਕਿ ਪੰਥਕ ਸਿਧਾਂਤਾਂ ਨੂੰ ਇਹ ਬਾਦਲ ਕੇ ਜਿਹੜੇ ਆ ਉਹ ਤਿਲਾਂਜਲੀ ਦੇ ਚੁੱਕੇ ਹੋਏ ਆ। ਬਾਬਾ ਜੀ ਕੱਲ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਇਆ, ਅੰਮ੍ਰਿਤਸਰ ਵਿਖੇ ਹੋਇਆ, ਜਦੋਂ ਐਸਜੀਪੀਸੀ ਵੱਲੋਂ ਅਜਲਾਸ ਸੱਦਿਆ ਗਿਆ, ਬੀਬੀ ਜਗੀਰ ਕੌਰ ਉਹਨਾਂ ਦੇ ਇਲਜ਼ਾਮ ਆ ਕਿ ਜਦੋਂ ਬੋਲ ਰਹੇ ਸੀਗੇ ਮਾਈਕ ਬੰਦ ਕਰ ਦਿੱਤਾ ਗਿਆ। ਉਸ ਤੋਂ ਪਹਿਲਾਂ ਸਰਕਾਰ ਨੇ ਮਤਾ ਪਾਇਆ ਗੁਰਬਾਣੀ ਪ੍ਰਸਾਰ ਨੂੰ ਲੈ ਕੇ, ਐਸਜੀਪੀਸੀ ਨੇ ਉਹ ਮਤਾ ਰੱਦ ਕਰ ਦਿੱਤਾ। ਇਹ ਪੂਰਾ ਜਿਹੜਾ ਘਟਨਾਕ੍ਰਮ ਹੈ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹ ਕੋਈ ਇਜਲਾਸ ਨਹੀਂ ਸੀ, ਇਹ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਜਿਹੜਾ ਡਰਾਮਾ ਆ ਉਹ ਰਚਿਆ ਗਿਆ ਸੀ ਕੇਵਲ ਬਾਦਲ ਦਲ ਨੂੰ ਜਿਹੜਾ ਆ ਉਹ ਖੁਸ਼ ਕਰਨ ਵਾਸਤੇ। ਸੋ ਜੇਕਰ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਕੌਣ ਹੁੰਦਾ ਸਾਡੇ ਧਾਰਮਿਕ ਸਿਧਾਂਤਾਂ ਵਿੱਚ, ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦਾ? ਉਹਨੂੰ ਜਿਹੜਾ ਬਹਾਨਾ ਆ ਉਹ ਸ਼੍ਰੋਮਣੀ ਕਮੇਟੀ ਨੇ ਦਿੱਤਾ। ਜਦੋਂ ਖਾਲਸਾ ਪੰਥ ਲੰਬੇ ਸਮੇਂ ਤੋਂ ਇਹ ਮੰਗ ਕਰਦਾ ਆ ਰਿਹਾ ਕਿ ਸ੍ਰੀ ਦਰਬਾਰ ਸਾਹਿਬ ਦਾ ਆਪਣਾ ਚੈਨਲ ਹੋਣਾ ਚਾਹੀਦਾ, ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਹੋਣਾ ਚਾਹੀਦਾ, ਗਿਆਨੀ ਹਰਪ੍ਰੀਤ ਸਿੰਘ ਜੀ ਕਹਿ ਚੁੱਕੇ, ਗਿਆਨੀ ਰਘਬੀਰ ਸਿੰਘ ਜੀ ਜਿਹੜਾ ਹੈ ਉਹ ਕਹਿ ਚੁੱਕੇ ਹੋਏ ਆ, ਪਰ ਪਤਾ ਨਹੀਂ ਹੁਣ ਇਹਨਾਂ ਦਾ ਪੀਟੀਸੀ ਵਾਲਿਆਂ ਦੇ ਨਾਲ ਕੀ ਐਗਰੀਮੈਂਟ ਹੋਇਆ ਆ ਜਾਂ ਬਾਦਲ ਦਲ ਦੀ ਕੀ ਮਜਬੂਰੀ ਆ ਜਾਂ ਬਾਦਲਾਂ ਦਾ ਚੈਨਲ ਹੋਣ ਕਰਕੇ ਪੀਟੀਸੀ ਇਹ ਉਸੇ ਨੂੰ ਹੀ ਗੁਰਬਾਣੀ ਦਾ ਜਿਹੜਾ ਏਕਾਧਿਕਾਰ ਆ ਉਹ ਦੇਣਾ ਚਾਹੁੰਦੇ ਆ। ਸੋ ਕਹਿ ਜੀ ਪੀਟੀਸੀ ਦਾ ਬਿਆਨ ਆ ਗਿਆ ਉਹਨਾਂ ਦੇ ਜਿਹੜੇ ਮਾਲਕ ਆ ਕਿ ਅਸੀਂ ਜਿਹੜਾ ਆਪਣਾ ਜਿਹੜਾ ਹੁਣ ਸਾਡਾ ਸਮਝੌਤਾ ਹੋਇਆ, ਜਦੋਂ ਸਮਝੌਤਾ ਖਤਮ ਹੋ ਗਿਆ ਉਸ ਤੋਂ ਬਾਅਦ ਅਸੀਂ ਅੱਗੇ ਨਹੀਂ ਕਰਾਂਗੇ, ਜਦੋਂ ਮਰਜ਼ੀ ਦੀਆਂ ਬਿਆਨਬਾਜ਼ੀਆਂ ਕਈ ਵਾਰੀ ਹੋ ਚੁੱਕੀਆਂ ਹੋਈਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਵੱਲੋਂ ਵੀ ਹੋ ਚੁੱਕੀਆਂ, ਮੈਂਬਰਾਂ ਵੱਲੋਂ ਵੀ ਹੋ ਚੁੱਕੀਆਂ ਹੋਈਆਂ, ਪਰ ਇਹ ਜਦੋਂ ਇੱਕ ਵੱਡਾ ਵਿਦਰੋਹ ਪੈਦਾ ਹੁੰਦਾ, ਰੋਹ ਪੈਦਾ ਹੁੰਦਾ ਆ, ਸੋ ਉਹਨੂੰ ਸ਼ਾਂਤ ਕਰਨ ਦੇ ਵਾਸਤੇ ਇਹੋ ਜਿਹੇ ਜਿਹੜੇ ਬਿਆਨ ਦਿੱਤੇ ਜਾਂਦੇ ਆ ਜਾਂ ਦਿਵਾਏ ਜਾਂਦੇ ਆ। ਤੁਸੀਂ ਦੇਖੋ ਕਿ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਬੜਾ ਮਾਮਲਾ ਜਿਹੜਾ ਆ ਉੱਠਿਆ ਸੀ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਹੋਣਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਦੇ ਵੇਲੇ। ਉਦੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਇਹੋ ਹੀ ਮੈਂ ਤੁਹਾਨੂੰ ਸਵਾਲ ਪੁੱਛਾਂਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਦੋਂ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਹੁਕਮ ਜਾਰੀ ਕੀਤੇ ਸੀ ਐਸਜੀਪੀਸੀ ਨੂੰ ਕਿ ਆਪਣਾ ਚੈਨਲ ਬਣਾਇਆ ਜਾਵੇ। ਜਿਹੜੇ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਆਪਾਂ ਸਰਵਉੱਚ ਮੰਨਦੇ ਆ, ਤਾਂ ਐਸਜੀਪੀਸੀ ਕਿਉਂ ਨਹੀਂ ਉਹਨਾਂ ਦੇ ਹੁਕਮ ਮੰਨਦੀ? ਦੇਖੋ, ਸ਼੍ਰੋਮਣੀ ਕਮੇਟੀ ਨਾ ਤਾਂ ਖਾਲਸਾ ਪੰਥ ਦੀ ਕੋਈ ਗੱਲ ਮੰਨ ਰਹੀ ਹੈ, ਨਾ ਸਿੱਖ ਸੰਗਤਾਂ ਦੀ, ਅਤੇ ਨਾ ਹੀ ਉਹ ਆਪਣੇ ਹੀ ਥਾਪੇ ਹੋਏ ਜਥੇਦਾਰ ਦੀ ਜਿਹੜੀ ਗੱਲ ਮੰਨਣ ਨੂੰ ਤਿਆਰ ਹੈ। ਉਹ ਕੇਵਲ ਉਹ ਬਾਦਲਾਂ ਦੀ ਭਗਤੀ ਦੇ ਵਿੱਚ ਲੀਨ ਆ, ਬਾਦਲਾਂ ਨੂੰ ਜਿਹੜਾ ਖੁਸ਼ ਆ ਉਹ ਕਰਨਾ ਚਾਹੁੰਦੇ ਆ। ਜੇਕਰ ਬਾਦਲ ਕੇ ਦਿਨ ਨੂੰ ਕਹਿਣ ਰਾਤ ਆ ਤੇ ਸ਼੍ਰੋਮਣੀ ਕਮੇਟੀ ਰਾਤ ਕਹਿਣ ਨੂੰ ਤਿਆਰ ਹੈ, ਜੇਕਰ ਬਾਦਲ ਕੇ ਰਾਤ ਨੂੰ ਦਿਨ ਕਹਿਣ ਤਾਂ ਉਹ ਦਿਨ ਕਹਿਣ ਨੂੰ ਤਿਆਰ ਹੈ, ਜੇਕਰ ਬਾਦਲ ਕੇ ਕਹਿ ਦੇਣ ਕਿ ਸਿਰਸੇ ਵਾਲਾ ਉਹਨਾਂ ਦਾ ਭਾਪਾ ਆ ਤੇ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨੂੰ ਸਿਰਸੇ ਵਾਲੇ ਨੂੰ, ਬਲਾਤਕਾਰੀ ਕਾਤਲ ਨੂੰ ਆਪਣਾ ਪਿਓ ਬਣਾਉਣ ਨੂੰ ਵੀ ਜਿਹੜਾ ਆ ਤਿਆਰ ਆ। ਜੇਕਰ ਬਾਦਲ ਕਹਿ ਦੇਵੇ ਕਿ ਉਹ ਗਧਾ ਆ ਤੇ ਇਹ ਗਧਾ ਕਹਿਣ ਨੂੰ ਤਿਆਰ ਆ। ਇਹਨਾਂ ਦਾ ਆਪਣਾ ਕੋਈ ਸਿਧਾਂਤ ਨਹੀਂ ਆ, ਕੇਵਲ ਇਹ ਬਾਦਲਕਿਆਂ ਦੇ ਪਿੱਠ ਲੱਗ ਅਤੇ ਬਾਦਲਕਿਆਂ ਦੇ ਜਿਹੜੇ ਚਾਪਲੂਸ ਆ ਉਹ ਬਣੇ ਹੋਏ ਆ। ਬਾਬਾ ਜੀ, ਜਿਸ ਤਰ੍ਹਾਂ ਕਿ ਜਿੰਨੇ ਵੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਜਿੰਨੇ ਵੀ ਹੋਰ ਅਕਾਲੀ ਦਲ ਹੈਗੇ ਆ ਜਾਂ ਪੰਥਕ ਜਥੇਬੰਦੀਆਂ ਹੈਗੀਆਂ, ਉਹਨਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਕਿ ਬਾਦਲ ਦਲ ਦਾ ਵਿਰੋਧ ਕਰਨਾ। ਉਹ ਹੋਰ ਕੋਈ ਸਿੱਖ ਮੁੱਦਿਆਂ ਤੇ ਗੱਲ ਨਹੀਂ ਕਰਦੇ, ਸਿਰਫ ਇਸੇ ਗੱਲ ਦੇ ਉੱਪਰ ਉਹ ਨਿਸ਼ਾਨਾ ਸਾਧਦੇ ਹਮੇਸ਼ਾ ਹੀ। ਉਹਨਾਂ ਦੀ ਜਾਂ ਪੰਥਕ ਰਾਜਨੀਤੀ ਕਹਿ ਲਈਏ ਜਾਂ ਦੂਸਰੀ ਰਾਜਨੀਤੀ ਕਹਿ ਲਈਏ, ਉਹ ਸਾਰੀ ਇਹਦੇ ਆਲੇ ਦੁਆਲੇ ਘੁੰਮਦੀ ਬਾਦਲਾਂ ਦੇ। ਦੇਖੋ, ਇਹ ਤੁਹਾਡੀ ਜਾਣਕਾਰੀ ਦੇ ਵਿੱਚ ਜਿਹੜੀ ਘਾਟ ਆ ਉਹ ਹੋ ਸਕਦੀ ਆ। ਜਿੰਨੇ ਵੀ ਪੰਥਕ ਸੰਘਰਸ਼ ਆ, ਪੰਥਕ ਮੋਰਚੇ ਆ, ਉਹ ਪੰਥਕ ਜਥੇਬੰਦੀਆਂ ਦੇ ਵੱਲੋਂ ਹੀ ਜਿਹੜੇ ਆ ਉਹ ਲੜੇ ਜਾ ਰਹੇ ਆ। ਕੱਲੀ ਬਾਦਲ ਦਾ ਤੱਕ ਗੱਲ ਹੀ ਸੀਮਤ ਨਹੀਂ ਆ, ਚਾਹੇ ਉਹ ਕਾਂਗਰਸ ਨਾਲ ਟੱਕਰ ਲੈਣ ਦੀ ਗੱਲਬਾਤ ਹੋਵੇ, ਚਾਹੇ ਉਹ ਭਗਵੰਤ ਮਾਨ ਦੇ ਨਾਲ ਟੱਕਰ ਲੈਣ ਦੀ ਗੱਲਬਾਤ ਹੋਵੇ, ਤੇ ਚਾਹੇ ਕੋਈ ਹੋਰ ਹੋਵੇ, ਉਹ ਪੰਥਕ ਧਿਰਾਂ ਨੇ ਹੀ ਜਿਹੜਾ ਲੰਬਾ ਸੰਘਰਸ਼ ਆ ਉਹ ਲੜਿਆ ਆ। ਬਾਦਲ ਕੇ ਤਾਂ ਹਮੇਸ਼ਾ ਸਰਕਾਰ ਦੀ ਪੂਛ ਬਣੇ ਰਹੇ ਆ, ਕੇਂਦਰ ਦੀ ਜਿਹੜਾ ਆ ਪੂਛ ਆ ਉਹ ਬਣ ਰਹੇ ਆ। ਪਹਿਲਾਂ ਇਹ ਕਾਂਗਰਸ ਦੀ ਡੁਗ-ਡੁਗੀ ਵਜਾਉਂਦੇ ਰਹੇ ਆ, ਫਿਰ ਇਹ ਭਾਜਪਾ ਦੀ ਡੁਗ-ਡੁਗੀ ਵਜਾਉਂਦੇ ਰਹੇ। ਕਿਸਾਨ ਸੰਘਰਸ਼ ਵੇਲੇ ਇਹਨਾਂ ਦਾ ਜਿਹੜਾ ਭਾਈਵਾਲੀ ਆ ਉਹ ਇਹਨਾਂ ਦੀ ਖਤਮ ਹੋਈ ਆ, ਪਰ ਅੰਦਰੋਂ ਅੰਦਰ ਹੀ ਹਾਲੇ ਵੀ ਜਿਹੜੇ ਆ ਉਹ ਇਕਜੁੱਟ ਆ। ਕਿਵੇਂ ਜਿਹੜਾ ਅਮਿਤ ਸ਼ਾਹ ਆ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਉਹ ਪੂਰਾ ਹੋਇਆ ਮਰਿਆ ਆ, ਉਹ ਕਿਵੇਂ ਸ਼ਰਧਾਂਜਲੀਆਂ ਦਿੰਦਾ ਫਿਰਦਾ ਸੀ। RSS ਨੇ ਖੁਦ ਜਿਹੜੀ ਇਹਨੂੰ ਸ਼ਰਧਾਂਜਲੀ ਆ ਉਹ ਦਿੱਤੀ ਆ।
ਸੋ ਪੰਥ ਤਾਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਆ ਉਹ ਕਰਦਾ ਆ ਰਿਹਾ, ਪਰ ਬਾਦਲਕਿਆਂ ਵੱਲੋਂ ਪੰਥਕ ਸਿਧਾਂਤਾਂ ਦੀ ਜਿਹੜੀ ਹੇਠੀ ਆ ਉਹ ਕੀਤੀ ਜਾ ਰਹੀ। ਸਾਡੀਆਂ ਮਾਨਮੱਤੀ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਰੰਪਰਾ ਨੂੰ। ਇਸ ਕਰਕੇ ਪੰਥਕ ਧਿਰਾਂ ਕਹਿ ਰਹੀਆਂ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੀ ਜਿਹੜੀ ਹਸਤੀ ਆ ਉਹਨੂੰ ਆਜ਼ਾਦ ਕਰਵਾਇਆ ਜਾਵੇ, ਉੱਥੇ ਜਿਹੜੇ ਸਿਧਾਂਤ ਆ ਉਹ ਸਿੱਖੀ ਰਵਾਇਤਾਂ ਅਨੁਸਾਰ ਜਿਹੜੇ ਆ ਉਹ ਕਾਇਮ ਹੋਣ। ਪਰ ਬਾਦਲ ਦਲ ਉੱਥੇ ਕਬਜ਼ਾ ਕਰਕੇ ਬੈਠਾ ਹੋਇਆ ਹੈ। ਜੀ ਕਈ ਸੰਗਤਾਂ ਦੇ ਇਹ ਵਿਚਾਰ ਹਨ, ਉਹ ਸੋਸ਼ਲ ਮੀਡੀਆ ਤੇ ਵੀ ਸੰਗਤਾਂ ਕਹਿੰਦੀਆਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਹੁੰਦੀ ਆ ਉਹ ਪ੍ਰਕਿਰਿਆ ਠੀਕ ਨਹੀਂ ਹੈਗੀ, ਉਹ ਕਿਸੇ ਹੋਰ ਹਿਸਾਬ ਦੇ ਨਾਲ ਹੋਣੀ ਚਾਹੀਦੀ। ਦੇਖੋ, ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਆ ਉਹਦੀ ਜਿਹੜੀ ਚੁਣਨ ਦੀ ਜਿਹੜੀ ਪ੍ਰਕਿਰਿਆ ਆ ਲੰਬੇ ਸਮੇਂ ਤੋਂ ਪੰਥ ਮੰਗ ਕਰਦਾ ਆ ਰਿਹਾ ਕਿ ਉਹਦੇ ਕਾਰਜ ਖੇਤਰ ਕੀ ਹੋਣੇ ਚਾਹੀਦੇ ਆ, ਕਿਵੇਂ ਥਾਪਣਾ ਆ, ਕਿਵੇਂ ਜਿਹੜੀ ਸੇਵਾ ਮੁਕਤੀ ਆ ਉਹ ਕਰਨੀ ਆ, ਇਹਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਆ। ਪਰ ਵਿਧੀ ਵਿਧਾਨ ਹੁਣ ਬਾਦਲਕਿਆਂ ਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਆ, ਹੁਣ ਪੰਥ ਕੀ ਕਰੇ? ਪੰਥ ਤਾਂ ਲੰਬੇ ਸਮੇਂ ਤੋਂ ਜਿਹੜਾ ਮੰਗ ਕਰਦਾ ਆ ਰਿਹਾ। ਹੁਣ ਜਦੋਂ ਇਹਨਾਂ ਨੇ ਜਥੇਦਾਰ ਚੁਣਨਾ ਹੁੰਦਾ ਆ, ਕਿਸੇ ਵੀ ਸੰਪਰਦਾ ਦੇ ਨਾਲ ਵਿਚਾਰ ਨਹੀਂ ਕੀਤੀ ਜਾਂਦੀ, ਕਿਸੇ ਪੰਥਕ ਜਥੇਬੰਦੀ ਦੇ ਨਾਲ ਵਿਚਾਰ ਨਹੀਂ ਕੀਤੀ ਜਾਂਦੀ, ਇਸ ਤੋਂ ਪਹਿਲਾਂ ਕੋਈ ਇਕੱਠ ਜਿਹੜਾ ਆ ਉਹ ਨਹੀਂ ਬੁਲਾਇਆ ਜਾਂਦਾ। ਜਥੇਦਾਰ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਉਹ ਕਦੋਂ ਜਿਹੜਾ ਆ ਉਹ ਰਾਤੋਂ ਰਾਤ ਸਾਬਕਾ ਜਥੇਦਾਰ ਬਣ ਜਾਂਦਾ ਆ। ਗਿਆਨੀ ਹਰਪ੍ਰੀਤ ਸਿੰਘ ਉਹ ਵਿਦੇਸ਼ ਦੇ ਦੌਰੇ ਤੇ ਗਏ ਹੋਏ ਸਨ, ਜਦੋਂ ਵਾਪਸ ਆਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਜਥੇਦਾਰ ਤੋਂ ਹੁਣ ਸਾਬਕਾ ਜਥੇਦਾਰ ਜਿਹੜੇ ਆ ਉਹ ਬਣ ਚੁੱਕੇ ਹੋਏ ਆ। ਸੋ ਇਹ ਜਥੇਦਾਰਾਂ ਦੇ ਅਹੁਦਿਆਂ ਦਾ ਵੀ ਜਿਹੜਾ ਬਾਦਲਕਿਆਂ ਦੇ ਵੱਲੋਂ ਜਿਹੜਾ ਘਾਣ ਆ ਉਹ ਕੀਤਾ ਜਾ ਰਿਹਾ। ਕਿਸੇ ਸਮੇਂ ਇਹਨਾਂ ਨੇ ਇਸੇ ਤਰ੍ਹਾਂ ਹੀ ਜਿਹੜਾ ਭਾਈ ਰਣਜੀਤ ਸਿੰਘ ਜੀ ਆ ਉਹਨਾਂ ਨੂੰ ਲਾਹ ਦਿੱਤਾ। ਬਾਅਦ ਵਿੱਚ ਜਿਹੜੇ ਜੋਗਿੰਦਰ ਸਿੰਘ ਜੀ ਵਿਦਾਂਤੀ ਉਹਨਾਂ ਨਾਲ ਵੀ ਇਹੀ ਕੁਝ ਜਿਹੜਾ ਆ ਉਹ ਹੁੰਦਾ ਆ। ਗਿਆਨੀ ਗੁਰਬਚਨ ਸਿੰਘ ਨੇ ਬਾਦਲਕਿਆਂ ਦੇ ਮਗਰ ਲੱਗ ਕੇ ਇਹੋ ਜਿਹੇ ਜਿਹੜੇ ਫੈਸਲੇ ਕੀਤੇ ਕਿ ਪੂਰਾ ਪੰਥ ਉਹਦੇ ਵਿਰੋਧ ਦੇ ਵਿੱਚ ਜਿਹੜਾ ਖੜਾ ਹੋ ਗਿਆ। ਬਾਦਲਕਿਆਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਇੱਕ ਇਹੋ ਜਿਹਾ ਵੀ ਸਮਾਂ ਬਣ ਗਿਆ ਸੀ ਕੌਮ ਦੇ ਉੱਤੇ ਕਿ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਨੂੰ ਜਿਹੜਾ ਆ ਉਹ ਤਿਆਰ ਨਹੀਂ ਸੀ। ਉਹ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲਕਿਆਂ ਦੀ ਜਿਹੜੀ ਬਾਹ ਆ ਉਹ ਫੜੀ। ਇਹ ਕੰਢਿਆਂ ਦਾ ਜਿਹੜਾ ਤਾਜ ਉਹਨੇ ਆਪਣੇ ਤੁਹਾਡੇ ਹਿਸਾਬ ਨਾਲ ਸ਼੍ਰੀ ਹਰਪ੍ਰੀਤ ਸਿੰਘ ਜੀ ਜਿਹੜੇ ਉਹ ਕਾਫੀ ਪੜ੍ਹੇ ਲਿਖੇ ਸੀਗੇ ਤੇ ਉਹ ਜਥੇਦਾਰ ਸਾਹਿਬ ਤੁਹਾਨੂੰ ਠੀਕ ਲੱਗਦੇ ਸੀ? ਦੇਖੋ, ਕਿਸੇ ਵੀ ਧਿਰ ਦਾ ਇੱਕ ਧਿਰ ਦਾ ਥਾਪਿਆ ਹੋਇਆ ਜਿਹੜਾ ਜਥੇਦਾਰ ਆ ਉਹ ਸਮੁੱਚੀ ਕੌਮ ਨੂੰ ਪ੍ਰਵਾਨਿਤ ਨਹੀਂ ਹੋ ਸਕਦਾ। ਚਾਹੇ ਉਹ ਗਿਆਨੀ ਰਘਬੀਰ ਸਿੰਘ ਹੋਣ, ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਣ, ਤੇ ਚਾਹੇ ਕੋਈ ਹੋਰ ਹੋਵੇ। ਸ਼੍ਰੋਮਣੀ ਕਮੇਟੀ ਇਕੱਲਾ ਪੰਥ ਨਹੀਂ ਆ ਤੇ ਨਾ ਹੀ ਕੋਈ ਇੱਕ ਸੰਸਥਾ ਜਿਹੜੀ ਆ ਉਹ ਪੰਥ ਆ। ਜਥੇਦਾਰ ਪੰਥ ਦਾ ਉਹੀ ਹੋ ਸਕਦਾ ਜਿਹਦੇ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਸਮੁੱਚੀਆਂ ਸੰਪਰਦਾਵਾਂ। ਜਦੋਂ ਫਿਰ ਪੰਥਕ ਜਥੇਬੰਦੀਆਂ ਇਕੱਠੀਆਂ ਬੈਠਣਗੀਆਂ, 2-4 ਲੱਖ ਬੰਦਾ ਇਕੱਠਾ ਬੈਠੂਗਾ ਤਾਂ ਫਿਰ ਸਹਿਮਤੀ ਕਹਿੰਦੇ ਬਣਨੀ ਔਖੀ ਹੋ ਜਾਂਦੀ। ਦੇਖੋ, ਸਰਬੱਤ ਖਾਲਸਾ ਦੇ ਵਿੱਚ ਸਮੁੱਚੇ ਖਾਲਸਾ ਪੰਥ ਨੇ ਰਲ ਮਿਲ ਕੇ ਏਡੇ ਵੱਡੇ ਇਕੱਠ ਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਆ ਉਹ ਐਲਾਨਿਆ ਸੀ। ਤੁਸੀਂ ਦੇਖੋ, ਜਦੋਂ ਉਹਨਾਂ ਦਾ ਨਾਮ ਲਿਆ ਗਿਆ ਤਾਂ ਕਿਵੇਂ ਸਿੱਖ ਸੰਗਤਾਂ ਨੇ ਹੱਥ ਖੜੇ ਕਰਕੇ ਜਿਹੜੀ ਪ੍ਰਵਾਨਗੀ ਆ ਉਹ ਦਿੱਤੀ। ਤੇ ਜੇਕਰ ਅੱਜ ਬਾਦਲਕਿਆਂ ਤੋਂ ਜਿਹੜਾ ਕਈ ਸੰਗਤਾਂ ਇਹ ਵੀ ਕਹਿੰਦੀਆਂ ਕਿ ਜਥੇਦਾਰ ਸਾਹਿਬ ਉਹ ਹੋਣੇ ਚਾਹੀਦੇ ਆ ਕਿ ਜਿਹੜੇ ਪੜ੍ਹੇ ਲਿਖੇ ਹੋਣ, ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਜਿਹੜੀ ਸਿੱਖਾਂ ਦੀ ਆ ਗੱਲ ਰੱਖ ਸਨ। ਕੱਲਾ ਸੰਗਤਾਂ ਦਾ ਚੁਣ ਲੈਣਾ ਤੇ ਉਹ ਕਹਿੰਦੇ ਵੀ ਉਹ ਨਹੀਂ ਗੱਲ, ਉਹਨਾਂ 'ਚ ਸਾਰੇ ਗੁਣ ਹੋਣੇ ਚਾਹੀਦੇ। ਬਿਲਕੁਲ ਜੀ, ਅਸੀਂ ਖੁਦ ਕਹਿੰਦੇ ਆ ਕਿ ਜਥੇਦਾਰ ਦੇ ਵਿੱਚ ਜਿਹੜੇ ਸਾਰੇ ਗੁਣ ਆ ਉਹ ਹੋਣੇ ਚਾਹੀਦੇ ਆ। ਪਰ ਗਿਆਨੀ ਚਾਹੇ ਹਰਪ੍ਰੀਤ ਸਿੰਘ ਹੋਣ, ਗਿਆਨੀ ਰਘਬੀਰ ਸਿੰਘ ਹੋਣ, ਜਾਂ ਇਸ ਤੋਂ ਪਹਿਲਾਂ ਵਾਲੇ ਜਿਹੜੇ ਜਥੇਦਾਰ ਹੋਣ, ਉਹਨਾਂ ਨੇ ਪੰਥ ਦੀ ਸੇਵਾ ਕਰਨ ਦੀ ਬਜਾਏ ਤੁਸੀਂ ਦੇਖੋ ਕਿ ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਬਾਦਲਕਿਆਂ ਦੀ ਜਿਹੜੀ ਸੇਵਾ ਆ ਉਹ ਕੀਤੀ ਆ। ਪਰ ਦੂਜੇ ਪਾਸੇ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਜੇਕਰ ਗੱਲ ਕਰੀਏ, ਉਹਨਾਂ ਨੇ ਪੰਥ ਦੇ ਵਾਸਤੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਜਿਹੜੀ ਨਿਸ਼ਾਵਰ ਆ ਉਹ ਕਰ ਦਿੱਤੀ ਹੋਈ ਆ। ਅੱਜ ਵੀ ਉਹ ਜੇਲ੍ਹ ਦੇ ਵਿੱਚ ਜਿਹੜੇ ਆ ਉਹ ਨਜ਼ਰਬੰਦ ਆ। ਸੋ ਉਹਨਾਂ ਦੇ ਵਿੱਚ ਯੋਗਤਾ ਆ ਕਿ ਉਹ ਸਮੁੱਚੇ ਪੰਥ ਦੀ ਜਿਹੜੀ ਅਗਵਾਈ ਆ ਉਹ ਕਰ ਸਕਦੇ ਆ। ਸੋ ਕੌਮ ਦੇ ਕੋਲ ਇਹੋ ਜਿਹੀ ਅਕਾਲੀ ਫੂਲਾ ਸਿੰਘ ਜੀ ਵਰਗੇ, ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ, ਭਾਈ ਜਗਤਾਰ ਸਿੰਘ ਜੀ ਹਵਾਰਾ ਵਰਗੇ ਜਿਹੜੇ ਜਥੇਦਾਰ ਆ ਉਹ ਹੋਣੇ ਚਾਹੀਦੇ, ਜਿਹੜੇ ਕੌਮ ਨੂੰ ਸੁਚੱਜੀ ਜਿਹੜੀ ਅਗਵਾਈ ਆ ਉਹ ਦੇ ਸਕਣ। ਅਸੀਂ ਹਰ ਵਾਰੀ ਚਾਹੁੰਦੇ ਕਿ ਕੇਵਲ ਜਿਹੜੇ ਪਾਠੀ ਰਾਗੀ ਆ ਜਾਂ ਜਿਹੜੇ ਕਥਾਵਾਚਕ ਉਹੀ ਜਥੇਦਾਰ ਨਹੀਂ ਬਣਾ ਦੇਣੇ ਚਾਹੀਦੇ। ਜਿਹਦੇ ਵਿੱਚ ਜਥੇਦਾਰ ਬਣਨ ਦੀ ਯੋਗਤਾ ਹੋਵੇ, ਜਿਹਦੇ ਵਿੱਚ ਦ੍ਰਿੜਤਾ ਹੋਵੇ, ਜਿਹੜਾ ਸਿਧਾਂਤ ਦੇ ਵਿੱਚ ਜਿਹਦੇ ਵਿੱਚ ਪਰਪੱਕਤਾ ਹੋਵੇ, ਜਿਹੜਾ ਕੌਮ ਦੇ ਲਈ ਮਰਨ ਨੂੰ, ਕੌਮ ਦੇ ਲਈ ਖੜਨ ਨੂੰ ਜਿਹੜਾ ਆ ਉਹ ਤਿਆਰ ਹੋਵੇ। ਸੋ ਇਹੋ ਜਿਹਾ ਜਿਹੜਾ ਅਕਾਲੀ ਫੂਲਾ ਸਿੰਘ ਜੀ ਵਰਗਾ ਸਾਡਾ ਜਿਹੜਾ ਜਥੇਦਾਰ ਆ ਉਹ ਹੋਣਾ ਚਾਹੀਦਾ ਆ। ਅਫਸੋਸ ਤਰਾਸਦੀ ਕਿ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਅੱਜ ਜੇਲ੍ਹ ਦੇ ਵਿੱਚ ਨਜ਼ਰਬੰਦ ਆ। ਜੇਕਰ ਉਹ ਬਾਹਰ ਹੁੰਦੇ ਤੇ ਅੱਜ ਜੋ ਕੁਝ ਸਾਡੇ ਸਿਧਾਂਤਾਂ ਦਾ ਜਿਹੜਾ ਘਾਣ ਆ ਉਹ ਹੋ ਰਿਹਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਸੀ। ਹਾਂ ਬਾਬਾ ਜੀ, ਮੇਰਾ ਆਖਰੀ ਕੁਐਸਚਨ ਹੈਗਾ, ਜਿਸ ਤਰ੍ਹਾਂ ਕਿ ਹੁਣ
ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ। ਇੱਕ ਪਾਸੇ ਬਾਦਲ ਦਲ ਹੁੰਦਾ, ਦੂਸਰੇ ਪਾਸੇ तमाम ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਜਾਂ ਹੋਰ ਛੋਟੇ ਅਕਾਲੀ ਦਲ ਹੈਗੇ ਆ, ਉਹ ਚੋਣ ਮੈਦਾਨ ਦੇ ਵਿੱਚ ਆਉਂਦੇ ਆ, ਉਹ ਵੱਖੋ ਵੱਖਰੇ ਆਉਂਦੇ ਆ, ਉਹਨਾਂ ਦੀਆਂ ਵੋਟਾਂ ਵੰਡੀਆਂ ਜਾਂਦੀਆਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋ ਜਾਂਦਾ ਐਸਜੀਪੀਸੀ ਦੇ ਉੱਪਰ। ਹੁਣ ਜਦੋਂ ਜੇ ਚੋਣਾਂ ਹੁੰਦੀਆਂ ਭਵਿੱਖ ਦੇ ਵਿੱਚ ਤਾਂ ਤੁਸੀਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਸਕਦੇ ਆ? ਤਾਂ ਜੇ ਸਾਰੀਆਂ ਧਿਰਾਂ ਇਕੱਠੀਆਂ ਇੱਕ ਮੰਚ ਤੇ ਹੋਣ, ਉਹ ਕਿੱਦਾਂ ਹੋ ਸਕਦਾ? ਦੇਖੋ, ਨਾ ਤਾਂ ਸਾਨੂੰ ਬਾਦਲ ਕੇ ਪ੍ਰਵਾਨ ਆ ਜੋ ਸਿੱਖੀ ਸਿਧਾਂਤਾਂ ਦਾ ਘਾਣ ਕਰਦੇ ਆ, ਅਤੇ ਨਾ ਹੀ ਸਾਨੂੰ ਜਿਹੜੇ ਭਾਜਪਾ ਦੇ ਭਾਈਵਾਲ ਆ ਜਿਹੜੇ ਹੁਣ ਬਣ ਰਹੇ ਆ, ਚਾਹੇ ਉਹ ਬੀਬੀ ਜਗੀਰ ਕੌਰ ਹੋਵੇ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਵਰਗੇ ਹੋਣ, ਜਿਹੜੇ ਭਾਜਪਾ ਦੇ ਮਗਰ ਲੱਗ ਕੇ ਚੱਲਦੇ ਆ ਜਾਂ ਭਾਜਪਾ ਦੇ ਨਾਲ ਰਲ ਕੇ ਚੱਲਦੇ ਆ। ਸੋ ਅਸੀਂ ਵੀ ਨਹੀਂ ਚਾਹੁੰਦੇ ਕਿ ਇਹਨਾਂ ਦੇ ਰਾਹੀਂ ਅਸਿੱਧੇ ਢੰਗ ਦੇ ਨਾਲ ਜਿਹੜਾ ਸਾਡੇ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਆ ਉਹ ਭਾਜਪਾ ਦੇ ਕੋਲ ਚਲੇ ਜਾਵੇ, ਅਤੇ ਨਾ ਹੀ ਜਿਹੜੇ ਲੋਕ ਕਾਂਗਰਸੀਆਂ ਦੇ ਨਾਲ ਸੰਬੰਧਿਤ ਆ ਉਹਨਾਂ ਦੇ ਕੋਲ ਵੀ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਨਹੀਂ ਹੋਣਾ ਚਾਹੀਦਾ। ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਆ ਉਹ ਪੰਥਕ ਧਿਰਾਂ ਦੇ ਕੋਲ ਹੋਣਾ ਚਾਹੀਦਾ ਆ, ਜਿਹੜੇ ਪੰਥਕ ਸੋਚ ਅਤੇ ਵਿਚਾਰਧਾਰਾ ਵਾਲੇ ਹੋਣ ਤੇ ਜਿਨ੍ਹਾਂ ਦਾ ਇਹਨਾਂ ਸਿਆਸੀ ਪਾਰਟੀਆਂ ਦੇ ਨਾਲ ਜਿਹੜਾ ਆ। ਪਰ ਬਾਬਾ ਜੀ, ਜਿਹੜੇ ਸਿੱਖ ਭਾਜਪਾ 'ਚ ਹੈਗੇ ਆ, ਜਿਹੜੇ ਸਿੱਖ ਕਾਂਗਰਸ 'ਚ ਆ, ਜਿਹੜੇ ਸਿੱਖ ਆਮ ਆਦਮੀ ਪਾਰਟੀ 'ਚ ਆ, ਵੋਟਾਂ ਤਾਂ ਉਹਨਾਂ ਨੇ ਵੀ ਪਾਉਣੀਆਂ ਹੀ ਐਸਜੀਪੀਸੀ ਚੋਣਾਂ 'ਚ। ਦੇਖੋ, ਉਹ ਵੋਟਾਂ ਪਾਉਣ, ਪਰ ਇਹ ਥੋੜੀ ਆ ਕਿ ਕੋਈ ਭਾਜਪਾ ਦੇ ਨਾਲ ਸੰਬੰਧਿਤ ਜਾਂ ਕਾਂਗਰਸ ਨਾਲ ਸੰਬੰਧਿਤ ਜਾਂ ਬਾਦਲ ਧਿਰ ਦੇ ਨਾਲ ਜਿਹੜਾ ਸੰਬੰਧਿਤ ਹੈ ਉਹ ਸਾਡੇ ਗੁਰੂ ਘਰਾਂ ਦੇ ਉੱਤੇ ਜਿਹੜਾ ਆ ਉਹ ਕਾਬਜ਼ ਹੋ ਜਾਵੇ, ਤੇ ਫਿਰ ਆਪਣੇ ਜਿਹੜੇ ਉਹਨਾਂ ਦੇ ਉਹ ਏਜੰਡੇ ਹੋਣ ਉਹ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਜਿਹੜੇ ਆ ਉਹ ਲਾਗੂ ਕਰਨ। ਜੇਕਰ ਭਾਜਪਾ ਹੁੰਦੀ ਹੈ ਤੇ ਉਹ ਸਾਡੇ ਗੁਰੂ ਘਰਾਂ ਦੇ ਵਿੱਚ ਆਰਐਸਐਸ ਦੇ ਜਿਹੜੇ ਏਜੰਡੇ ਆ ਉਹ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰੇਗੀ। ਸੋ ਇਸੇ ਕਰਕੇ ਕਹਿੰਦੇ ਕਿ ਸਾਡਾ ਜਿਹੜਾ ਪ੍ਰਬੰਧ ਗੁਰੂ ਘਰਾਂ ਦਾ ਉਹ ਪੰਥਕ ਧਿਰਾਂ ਦੇ ਕੋਲ ਹੋਣਾ ਚਾਹੀਦਾ ਆ, ਸੰਪਰਦਾਵਾਂ ਦੇ ਕੋਲ ਹੋਣਾ ਚਾਹੀਦਾ ਆ, ਜਾਂ ਜਿਹੜੀਆਂ ਧਿਰਾਂ ਜਿਹੜੇ ਸਿੰਘ ਪੰਥਕ ਸੋਚ ਅਤੇ ਵਿਚਾਰਧਾਰਾ ਵਾਲੇ ਆ ਉਹਨਾਂ ਦੇ ਕੋਲ ਪ੍ਰਬੰਧ ਹੋਣਾ ਚਾਹੀਦਾ ਆ। ਸੁਚੱਜੇ ਢੰਗ ਦੇ ਨਾਲ ਇਹ ਪ੍ਰਬੰਧ ਚਲਾਇਆ ਜਾ ਸਕਦਾ। ਇਹ ਸੰਭਵ ਕਿੱਦਾਂ ਹੋਊਗਾ? ਦੇਖੋ, ਇਹ ਸੰਭਵ ਹੋ ਸਕਦਾ ਹੈ। ਬਹੁਤ ਸਾਰੀਆਂ ਐਸੀਆਂ ਪੰਥਕ ਧਿਰਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ, ਦਲ ਖਾਲਸਾ ਹੋ ਗਿਆ, ਜਾਂ ਭਾਈ ਦਲਜੀਤ ਸਿੰਘ ਬਿੱਟੂ। ਮੈਂ ਉਹੀ ਤੁਹਾਨੂੰ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਅਲੱਗ ਤੌਰ ਤੇ ਚੱਲ ਰਿਹਾ, ਭਾਈ ਬਲਦੇਵ ਸਿੰਘ ਵਡਾਲਾ ਹੋਣੀ ਅਲੱਗ ਤੌਰ ਤੇ ਚੱਲ ਰਿਹਾ, ਭਾਈ ਰਣਜੀਤ ਸਿੰਘ ਹੋਣੀ ਅਲੱਗ। ਜੇਕਰ ਇਹ ਚਾਹੁੰਦੇ ਆ ਨਾ ਕਿ ਬਾਦਲਕਿਆਂ ਦੇ ਕੋਲੋਂ ਜਿਹੜਾ ਕਬਜ਼ਾ ਆ ਉਹ ਹਟਾਇਆ ਜਾਵੇ ਅਤੇ ਪੰਥਕ ਸੋਚ ਵਾਲਿਆਂ ਦੇ ਕੋਲ ਜਿਹੜਾ ਆ ਉਹ ਪ੍ਰਬੰਧ ਹੋਵੇ, ਤਾਂ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਜੀ ਬਿੱਟੂ, ਦਲ ਖਾਲਸਾ ਜਾਂ ਜਥੇਦਾਰ ਭਾਈ ਰਣਜੀਤ ਸਿੰਘ, ਭਾਈ ਬਲਦੇਵ ਸਿੰਘ ਵਡਾਲਾ, ਇਹਨਾਂ ਸਾਰਿਆਂ ਨੂੰ ਇਕਜੁੱਟ ਇਕਮੁੱਠ ਹੋ ਕੇ ਬਾਦਲਕਿਆਂ ਦੇ ਵਿਰੁੱਧ, ਭਾਜਪਾਈਆਂ ਦੇ ਵਿਰੁੱਧ ਜਿਹੜਾ ਲੜਨ ਦੀ ਜਿਹੜੀ ਆ ਉਹ। ਇਹਨਾਂ ਨੂੰ ਇਕਜੁੱਟ ਕਰੂਗਾ ਕੌਣ? ਕਿਉਂਕਿ ਮੰਨਣ ਨੂੰ ਤਾਂ ਕੋਈ ਰਾਜੀ ਨਹੀਂ, ਸਾਰੇ ਕਹਿ ਰਹੇ ਕਿ ਸਾਡਾ ਆਧਾਰ ਜ਼ਿਆਦਾ ਵਾ, ਸਾਡਾ ਆਧਾਰ ਜ਼ਿਆਦਾ ਵਾ। ਦੇਖੋ, ਕੱਲ 28 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਇੱਕ ਕਾਨਫਰੰਸ ਹੋ ਰਹੀ ਹੈ। ਉੱਥੇ ਸਾਰੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਜਿਹੜਾ ਇਕੱਠ ਆ ਉਹ ਹੋ ਰਿਹਾ ਆ, ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਿਧਾਂਤਾਂ ਨੂੰ ਜਿਹੜਾ ਆ ਉਹ ਕਿਵੇਂ ਦੁਬਾਰਾ ਜਿਹੜਾ ਸੁਰਜੀਤ ਹੈ ਉਹ ਕੀਤਾ ਜਾਵੇ। ਸਾਰੀਆਂ ਵਿਚਾਰਾਂ ਉੱਥੇ ਹੋਣੀਆਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੀ ਜਿਹੜੀਆਂ ਵਿਚਾਰਾਂ ਹੋਣਗੀਆਂ। ਭਵਿੱਖ ਵਿੱਚ ਕੋਈ ਨਾ ਕੋਈ ਜਿਹੜਾ ਰਾਹ ਆ ਉਹ ਜ਼ਰੂਰ ਕੱਢਿਆ ਜਾਣਾ ਚਾਹੀਦਾ ਆ ਤੇ ਜ਼ਰੂਰ ਨਿਕਲਣਾ ਵੀ ਚਾਹੀਦਾ ਆ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਇਹ ਸਨ ਭਾਈ ਰਣਜੀਤ ਸਿੰਘ ਹੋਣੀ ਦਮਦਮੀ ਟਕਸਾਲ ਤੋਂ, ਜਿਨ੍ਹਾਂ ਨੇ ਅੱਜ ਦੇ ਮਸਲੇ ਬਾਰੇ ਤੇ ਜਿਹੜੀਆਂ ਭਵਿੱਖ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਲ, NRA TV ਜਲੰਧਰ।